ਸਤਿ ਸ਼੍ਰੀ ਅਕਾਲ। ਫਾਸਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਮੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਇਸ ਬੁਲੇਟਿਨ ਦੀਆਂ ਹੈਡਲਾਈਨਸ ਤੇ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਤੇ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕਰਨਗੇ ਪ੍ਰਦਰਸ਼ਨ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਾਈਵੇ ਰਹਿਣਗੇ ਜਾਮ। ਖੇਤੀ ਕਾਨੂੰਨਾਂ ਦੇ ਖਿਲਾਫ ਜਤਾਇਆ ਜਾ ਰਿਹਾ ਹੈ ਰੋਸ। ਕਾਂਗਰਸੀ ਸਾਂਸਦਾਂ ਨੂੰ ਮਿਲਿਆ ਰੇਲ ਮੰਤਰੀ ਨਾਲ ਮੁਲਾਕਾਤ ਦਾ ਸਮਾਂ। ਅੱਜ ਦੁਪਹਿਰ 1:30 ਵਜੇ 8 ਮੈਂਬਰ ਕਾਂਗਰਸੀ ਸਾਂਸਦਾਂ ਦਾ ਵਫਦ ਕਰੇਗਾ ਪਿਊਸ਼ ਗੋਇਲ ਨਾਲ ਮੁਲਾਕਾਤ। ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਬਾਰੇ ਕੀਤੀ ਜਾਵੇਗੀ ਗੱਲਬਾਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੁੱਲ੍ਹੀ ਚਿੱਠੀ ਦਾ ਜੇਪੀ ਨੱਡਾ ਨੇ ਦਿੱਤਾ ਜਵਾਬ। ਕਿਹਾ ਨਹੀਂ ਮਿਲਿਆ ਕੋਈ ਪੱਤਰ। ਚਿੱਠੀ ਨੂੰ ਦੱਸਿਆ ਕੇਵਲ ਸਿਆਸੀ ਸਟੰਟ। ਕਿਹਾ ਪੰਜਾਬ ਦੇ ਹਾਲਾਤਾਂ ਲਈ ਕੈਪਟਨ ਖੁਦ ਜ਼ਿੰਮੇਵਾਰ। ਦਿੱਲੀ ਦੇ ਵਿੱਚ ਧਰਨਾ ਦੇਣ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਵਾਸੀਆਂ ਨੂੰ ਕਰਨਗੇ ਸੰਬੋਧਨ। ਲਾਈਵ ਸੈਸ਼ਨ ਦੇ ਵਿੱਚ ਲੋਕਾਂ ਦੇ ਸਵਾਲਾਂ ਤੇ ਦੇਣਗੇ ਜਵਾਬ। ਸੂਬੇ ਦੀ ਸਥਿਤੀ ਬਾਰੇ ਕਰਨਗੇ ਚਰਚਾ। ਪਾਕਿਸਤਾਨ ਸਰਕਾਰ ਦਾ ਅਸਲੀ ਚਿਹਰਾ ਆਇਆ ਸਾਹਮਣੇ। ਆਪਣੇ ਹੱਥਾਂ 'ਚ ਲਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਪੂਰਾ ਕੰਟਰੋਲ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਇਆ ਹੱਕ। ਡਾਕਟਰ ਦਲਜੀਤ ਚੀਮਾ ਨੇ ਫੈਸਲੇ ਦੀ ਕੀਤੀ ਸਖਤ ਨਿੰਦਾ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਧੜੱਲੇ ਦੀ ਨਾਲ ਚੱਲ ਰਿਹਾ ਸੱਟੇ ਦਾ ਕਾਰੋਬਾਰ। ਪ੍ਰਸ਼ਾਸਨ ਤੋਂ ਬੇਖੌਫ ਦੋਸ਼ੀ ਦਿਨ ਦੇ ਵਿੱਚ ਵੀ ਦਲੇਰੀ ਨਾਲ ਕਰ ਰਹੇ ਨੇ ਧੰਦਾ। ਜਾਣਕਾਰੀ ਹੋਣ ਦੇ ਬਾਵਜੂਦ ਨਹੀਂ ਹੋ ਰਹੀ ਕਾਰਵਾਈ। ਤੇ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਇੱਕ ਅਹਿਮ ਖਬਰ ਦੇ ਵੱਲ ਰੁਕ ਕਰਦੇ ਹਾਂ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਕਾ ਜਾਮ ਕੀਤਾ ਜਾ ਰਿਹਾ। ਪੰਜਾਬ 'ਚ ਵੀ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਸੰਘਰਸ਼ ਦੀ ਰਾਹ ਦੇ ਉੱਤੇ ਨੇ ਤੇ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾਣਾ ਹੈ ਅਤੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਦਾ ਇਹ ਸਮਾਂ ਮਿਥਿਆ ਗਿਆ। ਬਠਿੰਡਾ ਤੋਂ ਸਾਡੇ ਸਹਿਯੋਗੀ ਪੱਤਰਕਾਰ ਅਮਿਤ ਸਾਡੇ ਨਾਲ ਜੁੜੇ ਹੋਏ ਨੇ ਇਸ ਵਕਤ ਲਾਈਵ ਤੇ ਬਠਿੰਡਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਅਮਿਤ, ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਚੱਕਾ ਜਾਮ ਕੀਤਾ ਜਾਣਾ ਹੈ ਤਾਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਵੱਲੋਂ ਰਣਨੀਤੀ ਜਿਹੜੀ ਹੈ ਤਿਆਰ ਕਰ ਲਈ ਗਈ ਹੈ? ਪੂਰੀਆਂ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਫੈਸਲਾ ਕੀਤਾ ਸੀ 5 ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੇ ਚੱਕੇ ਜਾਮ ਹੋ ਗਏ 12 ਤੋਂ ਕਿਸਾਨ ਯੂਨੀਅਨਾਂ ਨੇ ਸਾਂਝੇ ਤੌਰ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ 12 ਤੋਂ 4 ਵਜੇ ਤੱਕ ਬਠਿੰਡਾ ਦੇ ਵੱਖ-ਵੱਖ ਜਿਹੜੇ ਹਾਈਵੇ ਹੈ ਨਿਪਚੋ ਰੋਡ ਤੇ ਲਹਿਰ ਟੋਲ ਪਲਾਜ਼ਾ ਜਾਂ 4 ਵਜੇ ਤੱਕ ਤੇ तमाम ਜਿੰਨੇ ਬਠਿੰਡਾ ਦੇ ਮੇਨ तो शायद तकनीकी कोई दिक्कत आ रही है जिस वजह करके असीं लाइव नहीं जुड़ सकते पर फोन लाइन के उत्ते भी मौजूद ने साडे नाल अमित। तो उन्होंने गलबात करते हैं। अमित जी, जानकारी जी चाहांगे तुहाडे तो किस तरह दे नाल रणनीति तैयार की गई है किसानों वालों?
ਤੇ ਕੋਸ਼ਿਸ਼ ਕਰਾਂਗੇ ਦੁਬਾਰਾ ਸੰਪਰਕ ਕਰਨ ਦੀ। ਤਾਂ ਬਿਲਕੁਲ ਦੱਸ ਦਈਏ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਦੀ ਰਾਹ ਤੇ ਉੱਤੇ ਨੇ। ਦੇਸ਼ ਭਰ ਦੇ ਵਿੱਚ ਅੱਜ ਚੱਕਾ ਜਾਮ ਕੀਤਾ ਜਾ ਰਿਹਾ ਹੈ। 12 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਜੋ ਹਾਈਵੇ ਜਾਮ ਕਰਕੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਉਹਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਰੋਸ ਜਤਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਅੱਜ ਚੱਕਾ ਜਾਮ ਜਿਹੜੀਆਂ ਕਰ ਰਹੀਆਂ ਨੇ। ਦੇਸ਼ ਭਰ ਦੇ ਕਿਸਾਨਾਂ ਦੇ ਵੱਲੋਂ ਇਸ ਨੂੰ ਸਮਰਥਨ ਜਿਹੜਾ ਦਿੱਤਾ ਜਾ ਰਿਹਾ ਹੈ। ਉੱਥੇ ਜੇ ਗੱਲ ਕਰੀਏ ਤਾਂ ਇਸ ਖੇਤੀ ਕਾਨੂੰਨ ਨੂੰ ਜੋ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤਾ ਗਿਆ ਉਸ ਨੂੰ ਕਿਸਾਨ ਜਿਹੜੇ ਨੇ ਇਸ ਵਕਤ ਕਾਲਾ ਕਾਨੂੰਨ ਦੱਸ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਅਮਿਤ ਜੁੜ ਗਏ ਨੇ ਇੱਕ ਵਾਰ ਸਾਡੇ ਨਾਲ ਫਿਰ ਤੋਂ। ਅਮਿਤ ਜੀ, ਕਿਸ ਤਰ੍ਹਾਂ ਦੇ ਨਾਲ ਰਣਨੀਤੀ ਜਿਹੜੀ ਆ ਉਹ ਘੜੀ ਗਈ ਹੈ ਕਿਸਾਨਾਂ ਦੇ ਵੱਲੋਂ? ਚੱਕਾ ਜਾਮ ਜਿਹੜਾ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੀਤਾ ਜਾ ਰਿਹਾ ਹੈ। ਜੀ ਬਿਲਕੁਲ, ਦੇਖੋ ਕਿਸਾਨ ਜਿਹੜੇ ਆ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਇਕਜੁੱਟ ਹੈਗੇ ਤੇ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਉਹ ਸਾਰਿਆਂ ਨੇ ਫੈਸਲਾ ਕੀਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜੇ ਦੇਸ਼ ਦੇ ਕਿਸਾਨ ਜਿਹੜੇ ਇਕੱਠੇ ਹੋ ਕੇ ਪਹਿਲਾਂ ਮੀਟਿੰਗ ਕਰ ਚੁੱਕੇ ਨੇ ਵੀ ਪੂਰੇ ਪੰਜਾਬ ਦੇ ਜਿਹੜੇ ਹਾਈਵੇ ਹੈਗੇ ਆ ਉਹਨਾਂ ਤੇ 12 ਤੋਂ 4 ਵਜੇ ਤੱਕ ਜਾਮ ਲਾਇਆ ਜਾਊਗਾ। ਤਾਂ ਬਠਿੰਡਾ ਜੇ ਉਗਰਾਹਾਂ ਗਰੁੱਪ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਵੀ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਜਿੰਨੀਆਂ ਵੀ ਸੰਘਰਸ਼ੀ ਜਥੇਬੰਦੀਆਂ ਸਾਰੀਆਂ ਟੋਲ ਪਲਾਜ਼ਾ ਜਿਹੜੇ ਹੈਗੇ ਰਿਲਾਇੰਸ ਦੇ ਪੰਪ ਜਾਂ ਬਠਿੰਡਾ ਪੁੱਚੋ ਜਿਹੜਾ ਮੇਨ ਰੋਡ ਹੈਗਾ ਉਹ ਹਾਈਵੇ ਜਾਮ ਕੀਤਾ ਜਾਊਗਾ। ਇਸ ਤੋਂ ਇਲਾਵਾ ਇਹ ਵੀ ਖਬਰ ਹੈਗੀ ਕਿ ਬਠਿੰਡਾ ਦਾ ਕਨਈਆ ਚੌਂਕ ਹੈ ਉੱਥੇ ਵੀ 12 ਤੋਂ 4 ਵਜੇ ਤੱਕ ਜਿਹੜੇ ਆ ਕਿਸਾਨ ਯੂਨੀਅਨ ਵੱਲੋਂ ਧਰਨਾ ਲਾਇਆ ਜਾਊਗਾ। ਤਾਂ ਆਪਾਂ ਇਹ ਕਹਿ ਸਕਦੇ ਕਿ ਕਿਸਾਨ ਵੀ ਪਿੱਛੇ ਹਟਣ ਵਾਲੇ ਨਹੀਂ ਹੈ। ਬੇਸ਼ੱਕ ਕੇਂਦਰ ਦੀ ਸਰਕਾਰ ਆਪਣਾ ਜਿਹੜਾ ਅੜੀਅਲ ਰਵੱਈਆ ਰੱਖ ਕੇ ਬੈਠੀ ਹੋਈ ਹੈ, ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਹੈ, ਪਰ ਕਿਸਾਨ ਵੀ ਕਿਤੇ ਨਾ ਕਿਤੇ ਲਾਮਬੰਦ ਹੈਗਾ ਤਾਂ ਕੇਂਦਰ ਸਰਕਾਰ ਨੂੰ ਝੁਕਾਉਣ ਵਾਸਤੇ ਪੁਰਜੋਰ ਜਿਹੜੀ ਕੋਸ਼ਿਸ਼ ਕਰ ਰਿਹਾ। ਤਾਂ ਕਿਸਾਨਾਂ ਦਾ ਸਮਰਥਨ ਵੀ ਜਿਹੜਾ ਕਿਸਾਨਾਂ ਨੂੰ ਦੂਸਰੀ ਜਥੇਬੰਦੀਆਂ ਨਾਲ ਮਿਲਦਾ ਜਾ ਰਿਹਾ, ਚਾਹੇ ਉਹ ਸ਼ਹਿਰ ਦੇ ਵਪਾਰ ਹੋਣ ਜਾਂ ਆੜ੍ਹਤੀ ਹੁਣ ਸਾਰੇ ਕਿਸਾਨਾਂ ਦੇ ਨਾਲ ਆ। ਪਰ ਕੇਂਦਰ ਸਰਕਾਰ ਦਾ ਜਿਹੜਾ ਅੜੀਅਲ ਰਵੱਈਆ ਉਹਦੇ ਕਰਕੇ ਜਿਹੜਾ ਇਹ ਵੱਡਾ ਸਟੈਪ ਕਿਸਾਨਾਂ ਨੂੰ ਚੱਕਣਾ ਪੈ ਰਿਹਾ ਕਿ 12 ਵਜੇ ਤੋਂ ਲੈ ਕੇ 4 ਵਜੇ ਤੱਕ ਅੱਜ ਸਾਰਾ ਜਿਹੜਾ ਪੰਜਾਬ ਹੈ ਜਾਮ ਕੀਤਾ ਜਾਊਗਾ। ਜੀ ਅਮਿਤ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਕਿਸਾਨ ਰੋਹ ਦੇ ਵਿੱਚ ਨਹੀਂ ਤਾਂ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਿਹਾ ਹੈ ਤੇ ਹੁਣ ਅੱਜ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕਿਸਾਨਾਂ ਦੇ ਵੱਲੋਂ ਕੀਤਾ ਜਾਣਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਇੱਕ ਬੈਠਕ ਤੋਂ ਬਾਅਦ ਕਿ ਅੱਜ 5 ਨਵੰਬਰ ਦਾ ਜੋ ਸਮਾਂ ਉਹਨਾਂ ਦੇ ਵੱਲੋਂ ਰੱਖਿਆ ਗਿਆ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨਾਂ ਕਿਹਾ ਕਿ ਇਹ ਚੱਕਾ ਜਾਮ ਰਹੇਗਾ ਅਤੇ ਹਾਲਾਂਕਿ ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਵੱਲੋਂ ਪ੍ਰਦਰਸ਼ਨ ਇਹ ਕੀਤਾ ਜਾਵੇਗਾ। ਕੇਂਦਰ ਸਰਕਾਰ ਦੇ ਖਿਲਾਫ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ। ਉਹਦੇ ਪੰਜਾਬ ਤੋਂ ਕਾਂਗਰਸੀ ਸਾਂਸਦਾਂ ਦਾ ਇੱਕ ਵਫਦ ਅੱਜ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਸ਼ੁਰੂ ਕਰਨ ਬਾਰੇ ਗੱਲਬਾਤ ਇਸ ਮੀਟਿੰਗ ਦੌਰਾਨ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਲੈ ਕੇ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਬੰਦ ਹੋ ਗਈ ਸੀ ਅਤੇ ਸੂਬੇ ਦੇ ਅੰਦਰ ਥਰਮਲ ਪਲਾਂਟਾਂ ਦੇ ਵਿੱਚ ਕੋਲਾ ਨਾ ਹੋਣ ਦੇ ਚਲਦਿਆਂ ਬਲੈਕਆਊਟ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਤਾਂ ਇਸ ਨੂੰ ਲੈ ਕੇ ਅੱਜ 1:30 ਵਜੇ ਕਾਂਗਰਸੀ ਸਾਂਸਦਾਂ ਦਾ ਜੋ ਵਫਦ ਹੈ ਉਹ ਰੇਲ ਮੰਤਰੀ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ। ਦੱਸ ਦਈਏ ਕਿ ਪਿਊਸ਼ ਗੋਇਲ ਦੇ ਨਾਲ ਇਹ ਮੁਲਾਕਾਤ ਦਾ ਸਮਾਂ ਮਿਥਿਆ ਗਿਆ ਤੇ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਬਾਰੇ ਗੱਲਬਾਤ ਕੀਤੀ ਜਾਵੇਗੀ। ਤੇ ਇਸ ਨੂੰ ਲੈ ਕੇ ਚੰਡੀਗੜ੍ਹ ਤੋਂ ਸਾਡੇ ਸਹਿਯੋਗੀ ਪੱਤਰਕਾਰ ਸੁਮਿਤ ਜੋਸ਼ੀ ਸਾਡੇ ਨਾਲ ਜੁੜ ਗਏ ਨੇ ਫੋਨ ਲਾਈਨ ਤੇ। ਸੁਮਿਤ, ਅੱਜ ਰੇਲ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। 8 ਮੈਂਬਰੀ ਜੋ ਕਾਂਗਰਸੀ ਸਾਂਸਦਾਂ ਦਾ ਵਫਦ ਹੈ ਉਹ ਮੁਲਾਕਾਤ ਕਰੇਗਾ। ਬਿਲਕੁਲ, ਦੇਖੋ ਮੁਲਾਕਾਤ ਦੇ ਵਿੱਚ ਜ਼ੋਰ ਇਹੀ ਗੱਲ ਤੇ ਰਹੇਗਾ ਕਿ ਸਾਡੇ ਟਰੈਕ ਸਾਫ਼ ਨੇ, ਤੁਸੀਂ ਮਾਲ ਗੱਡੀਆਂ ਭੇਜੋ। ਹਾਂਜੀ, ਪਰ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਨੇ, ਕਿਉਂਕਿ ਕੱਲ ਵੀ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਕਿਸਾਨਾਂ ਦੇ ਵੱਲੋਂ ਕਿ ਪੈਸੇਂਜਰ ਗੱਡੀਆਂ ਨਹੀਂ ਚੱਲਣ ਦੇਵਾਂਗੇ ਅਤੇ ਸਿਰਫ ਮਾਲ ਗੱਡੀਆਂ ਚੱਲਣਗੀਆਂ। 15 ਦਿਨਾਂ ਦੀ ਛੋਟ ਦਿੱਤੀ ਹੈ ਕਿਸਾਨਾਂ ਨੇ ਤੇ ਨਾਲ ਇਹ ਵੀ ਕਹਿਤਾ ਵੀ ਸਟੇਸ਼ਨਾਂ ਤੋਂ ਅਸੀਂ ਪਾਰਕਾਂ 'ਚ ਬਹਿ ਜਾਾਂਗੇ ਪਰ ਇਦੋਂ ਪਿੱਛੇ ਨਹੀਂ ਹਟਾਂਗੇ। ਹਾਂਜੀ, ਤਾਂ ਹੁਣ ਦੇਖਣਾ ਇਹੀ ਹੈ ਕਿ ਰੇਲਵੇ ਇਹਦੇ ਤੇ ਸੰਤੁਸ਼ਟੀ ਜਤਾਉਂਦਾ ਜਾਂ ਫਿਰ ਨਹੀਂ। ਜੀ ਬਿਲਕੁਲ, ਅਤੇ ਜੋ ਸਾਂਸਦ ਜਾ ਰਹੇ ਨੇ ਅੱਜ ਜੋ ਸਮਾਂ ਮਿਥਿਆ ਗਿਆ ਹੈ ਸੁਮਿਤ, ਉਸ ਨੂੰ ਲੈ ਕੇ ਕੀ ਜਾਣਕਾਰੀ ਮਿਲ ਰਹੀ ਹੈ ਕਿ ਕੌਣ ਅਗਵਾਈ ਕਰੇਗਾ ਵਫਦ ਦੀ? ਦੇਖੋ, ਅਗਵਾਈ ਵਾਲੀ ਇਹਦੇ 'ਚ ਕੋਈ ਉਹ ਗੱਲ ਨਹੀਂ ਹੈਗੀ ਕਿਉਂਕਿ ਸੰਸਦਾਂ ਦੇ ਵਿੱਚੋਂ ਸਾਰੇ ਜਿਹੜੇ ਚੁਣੇ ਹੋਏ ਜਨਤਾ ਦੇ ਨੁਮਾਇੰਦੇ ਨੇਗੇ ਤੇ ਉੱਥੇ ਜਿਸ ਤਰ੍ਹਾਂ ਦੀ ਸਾਰਥਕ ਗੱਲ ਹੋਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਸਾਰੀ ਸੰਸਦਾ ਵੱਲੋਂ ਆਪਣੇ ਆਪਣੇ ਪੱਖ ਰੱਖੇ ਜਾ ਸਕਦੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਸੁਮਿਤ ਤਮਾਮ ਜਾਣਕਾਰੀ ਦੇ ਲਈ। ਤਾਂ 8 ਮੈਂਬਰੀ ਕਾਂਗਰਸੀ ਸਾਂਸਦ ਵਫਦ ਜਿਹੜਾ ਮੁਲਾਕਾਤ ਕਰੇਗਾ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਬਾਰੇ ਚਰਚਾ ਕੀਤੀ ਜਾਣੀ ਹੈ। ਪਿਊਸ਼ ਗੋਇਲ ਦੇ ਨਾਲ ਇਹ ਮੁਲਾਕਾਤ ਹੋਵੇਗੀ ਤੇ 1:30 ਵਜੇ ਦਾ ਜਿਹੜਾ ਸਮਾਂ ਮਿਥਿਆ ਗਿਆ ਦੇਖਣ ਵਾਲੀ ਗੱਲ ਹੋਵੇਗੀ ਕਿ ਹੁਣ ਕਿਸ ਤਰ੍ਹਾਂ ਦੇ ਨਾਲ ਇਹ ਜੋ ਸੂਬੇ ਦੇ ਵਿੱਚ ਰੇਲ ਗੱਡੀਆਂ ਚਲਾਉਣ ਦੇ ਬਾਰੇ ਫੈਸਲਾ ਉਹ ਲਿਆ ਜਾਂਦਾ ਹੈ। ਉਹਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੁੱਲੀ ਚਿੱਠੀ ਦਾ ਜੇਪੀ ਨੱਡਾ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਮੈਨੂੰ ਕੋਈ ਵੀ ਚਿੱਠੀ ਨਹੀਂ ਮਿਲੀ ਹੈ, ਫਿਰ ਵੀ ਮੈਂ ਜਵਾਬ ਦੇ ਰਹੀ ਹਾਂ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤਾਂ ਲਈ ਖੁਦ ਕੈਪਟਨ ਜ਼ਿੰਮੇਵਾਰ ਨੇ।
ਜੇਪੀ ਨੱਡਾ ਨੂੰ ਇੱਕ ਖੁੱਲ੍ਹੀ ਚਿੱਠੀ ਲਿਖਣ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਹੀ ਗਈ ਸੀ ਤੇ ਨੱਡਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਮਿਲਿਆ ਹੈ ਤੇ ਸੂਬੇ ਦੇ ਜੋ ਹਾਲਾਤ ਨੇ, ਪੰਜਾਬ ਦੇ ਹਾਲਾਤਾਂ ਲਈ ਖੁਦ ਕੈਪਟਨ ਨੂੰ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਕੈਪਟਨ ਦੀ ਚਿੱਠੀ ਕੇਵਲ ਇੱਕ ਸਿਆਸੀ ਸਟੰਟ ਹੈ ਤੇ ਸ਼ਾਇਦ ਕੇਵਲ ਮੀਡੀਆ ਦੇ ਲਈ ਹੀ ਕੈਪਟਨ ਦਾ ਜੋ ਪੱਤਰ ਸੀ ਉਹ ਸੀ, ਪਰ ਉਹਨਾਂ ਨੂੰ ਨਹੀਂ ਮਿਲਿਆ। ਤਾਂ ਇਸ ਨੂੰ ਲੈ ਕੇ ਉਹਨਾਂ ਕਿਹਾ ਮੈਂ ਫਿਰ ਵੀ ਜਵਾਬ ਦੇ ਰਿਹਾ ਕਿ ਇਹ ਸਿਆਸੀ ਸਟੰਟ ਹੈ ਕੈਪਟਨ ਅਮਰਿੰਦਰ ਸਿੰਘ ਦਾ ਚਿੱਠੀ ਲਿਖਣ ਵਾਲਾ। ਤੇ ਇਸ ਨੂੰ ਲੈ ਕੇ ਉਹਨਾਂ ਨੇ ਇੱਕ ਹੋਰ ਗੱਲ ਜੋ ਕਹੀ ਹੈ ਕਿ ਪੰਜਾਬ ਦੇ ਹਾਲਾਤਾਂ ਲਈ ਕੈਪਟਨ ਖੁਦ ਜ਼ਿੰਮੇਵਾਰ ਨੇ। ਸੋ ਇਹ ਜੇਪੀ ਨੱਡਾ ਦੇ ਵੱਲੋਂ ਉਹਨਾਂ ਨੂੰ ਇੱਕ ਬਿਆਨ ਜਿਹੜਾ ਉਹ ਇਸ ਨੂੰ ਲੈ ਕੇ ਜਾਰੀ ਕੀਤਾ ਗਿਆ। ਤੇ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਪਾਕਿਸਤਾਨ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆਉਂਦਾ ਨਜ਼ਰ ਆ ਰਿਹਾ। ਦੱਸੀਏ ਆਪਣੇ ਹੱਥਾਂ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਪੂਰਾ ਕੰਟਰੋਲ ਪਾਕਿਸਤਾਨ ਸਰਕਾਰ ਵੱਲੋਂ ਲੈ ਲਿਆ ਗਿਆ ਹੈ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਹੱਕ ਖੋਹ ਲਿਆ ਗਿਆ। ਉੱਥੇ ਦੱਸੀਏ ਕਿ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਕਮੇਟੀ ਦੇ ਵਿੱਚ ਇੱਕ ਵੀ ਸਿੱਖ ਮੈਂਬਰ ਨਹੀਂ ਹੈ। ਸੋ ਪਾਕਿਸਤਾਨ ਦੇ ਵੱਲੋਂ ਇਹ ਪ੍ਰਬੰਧ ਜਿਹੜਾ ਉਹ ਇੱਕ ਮੁਸਲਿਮ ਜਥੇਬੰਦੀ ਨੂੰ ਦੇ ਦਿੱਤਾ ਗਿਆ ਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥੋਂ ਇਹ ਹੱਕ ਖੋਹ ਲਿਆ ਗਿਆ। ਜੋ ਪ੍ਰਬੰਧ ਦਾ ਜਿੰਨਾ ਵੀ ਹੱਕ ਹੁੰਦਾ, ਜਿੰਨੇ ਵੀ ਚੀਜ਼ਾਂ ਹੁੰਦੀਆਂ ਨੇ, ਉਹ ਜ਼ਿੰਮੇਵਾਰੀ ਜਿਹੜੀ ਆ ਉਹ ਉਹਨਾਂ ਤੋਂ ਲੈ ਲਈ ਗਈ ਹੈ ਤੇ ਕਮੇਟੀ ਦੇ ਵਿੱਚ ਇੱਕ ਵੀ ਸਿੱਖ ਮੈਂਬਰ ਨਹੀਂ ਹੈ। ਸੋ ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਕੋਝੀ ਹਰਕਤ ਜਿਹੜੀ ਹੈ ਇਸ ਨੂੰ ਕਰਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜਦੋਂ ਇਹ ਸ਼ੁਰੂਆਤ ਕੀਤੀ ਗਈ ਸੀ ਤਾਂ ਉਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਉਸ ਨੂੰ ਸਾਰੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪਰ ਹੁਣ ਆਪਣੇ ਹੱਥਾਂ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਾ ਜੋ ਕੰਟਰੋਲ ਹੈ ਉਹ ਪਾਕਿਸਤਾਨ ਸਰਕਾਰ ਵੱਲੋਂ ਲੈ ਲਿਆ ਗਿਆ ਤੇ ਇੱਕ ਮੁਸਲਿਮ ਜਥੇਬੰਦੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਮੁਸਲਿਮ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਦੇ ਵਿੱਚ ਇੱਕ ਵੀ ਸਿੱਖ ਮੈਂਬਰ ਨਹੀਂ ਹੈ। ਇਸ ਨੂੰ ਲੈ ਕੇ ਡਾਕਟਰ ਦਲਜੀਤ ਚੀਮਾ ਦਾ ਰਿਐਕਸ਼ਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਫੈਸਲੇ ਦਾ ਉਹ ਵਿਰੋਧ ਕਰਦੇ ਨੇ। ਡਾਕਟਰ ਦਲਜੀਤ ਚੀਮਾ ਨੇ ਇਸ ਨੂੰ ਲੈ ਕੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਫੈਸਲੇ ਦੀ ਉਹ ਨਿੰਦਾ ਕਰਦੇ ਨੇ ਤੇ ਉਹਨੇ ਕਿਹਾ ਕਿ ਸਿੱਖਾਂ ਦੇ ਹੱਕ ਦੇ ਇੱਕ ਹਮਲਾ ਇਸ ਨੂੰ ਕਰਾਰ ਦਿੱਤਾ ਜਾਂਦਾ ਹੈ। ਸੋ ਡਾਕਟਰ ਦਲਜੀਤ ਚੀਮਾ ਦੀ ਪ੍ਰਤੀਕਿਰਿਆ ਆਈ ਹੈ ਇਸ ਪੂਰੇ ਮਾਮਲੇ ਦੇ ਉੱਤੇ, ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਸਰਕਾਰ ਨੇ ਇਹ ਜ਼ਿੰਮੇਵਾਰੀ ਇੱਕ ਗੈਰ ਸਿੱਖ ਕਮੇਟੀ ਨੂੰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਪਾਕਿਸਤਾਨ ਦੀ ਕੋਝੀ ਹਰਕਤ ਹੈ, ਇਸ ਦਾ ਵਿਰੋਧ ਕਰਦੇ ਨੇ। ਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਕੈਪਟਨ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਸੱਟੇ ਦਾ ਕਾਰੋਬਾਰ ਸ਼ਰੇਆਮ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ਾਸਨ ਤੋਂ ਬੇਖੌਫ ਹੋ ਕੇ ਬੇਹੱਦ ਦਲੇਰੀ ਦੇ ਨਾਲ ਇਹ ਸੱਟੇਬਾਜ਼ ਉੱਥੇ ਗੋਰਖ ਧੰਦਾ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੋਰਖ ਧੰਦਾ ਰਾਤ ਸਮੇਂ ਨਹੀਂ ਬਲਕਿ ਦਿਨ ਦੇ ਵਿੱਚ ਸ਼ਰੇਆਮ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਨੇ। ਪਤਾ ਨਹੀਂ ਸਰਕਾਰ ਤੇ ਪ੍ਰਸ਼ਾਸਨ ਨੇ ਇਹ ਕਾਲਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ। ਤੇ ਜੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ, ਸਾਡੇ ਸਹਿਯੋਗੀ ਪੱਤਰਕਾਰ ਦੇ ਵੱਲੋਂ ਇਹ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੱਟੇਬਾਜ਼ੀ ਦਾ ਇੱਥੇ ਗੋਰਖ ਧੰਦਾ ਕੀਤਾ ਜਾ ਰਿਹਾ ਸੀ। ਅਨੁਰਾਗ ਜੁੜ ਗਏ ਨੇ ਸਾਡੇ ਨਾਲ, ਸਾਡੇ ਸਹਿਯੋਗੀ ਪੱਤਰਕਾਰ ਨੇ ਪਟਿਆਲਾ ਤੋਂ। ਜੀ ਅਨੁਰਾਗ, ਕਿਸ ਤਰ੍ਹਾਂ ਦੇ ਨਾਲ ਇਹ ਗੋਰਖ ਧੰਦਾ ਜਿਹੜਾ ਉੱਥੇ ਕੀਤਾ ਜਾ ਰਿਹਾ ਹੈ ਤੇ ਜੋ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ ਉਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਦਿਨ ਦਿਹਾੜੇ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਸੱਟੇਬਾਜ਼ੀ ਉੱਥੇ ਕੀਤੀ ਜਾ ਰਹੀ ਸੀ। ਜੀ ਬਿਲਕੁਲ, ਤੁਹਾਨੂੰ ਦੱਸ ਦਈਏ ਕਿ ਇਹ ਬਿਲਕੁਲ ਹੀ ਸ਼ਰੇਆਮ ਇੱਕ ਦੁਕਾਨ ਦੀ ਆੜ ਦੇ ਵਿੱਚ ਬਾਹਰ ਛੋਲੇ ਭਟੂਰਿਆਂ ਦੀ ਦੁਕਾਨ ਬਣਾਈ ਗਈ ਹੈ ਤੇ ਉਸ ਦੇ ਬਿਲਕੁਲ ਪਿੱਛੇ ਹੀ ਦੋ ਤਿੰਨ ਨੌਜਵਾਨਾਂ ਨੂੰ ਬਿਠਾਇਆ ਗਿਆ ਜੋ ਕਿ ਇਸ ਤਰ੍ਹਾਂ ਦੀਆਂ ਪਰਚੀਆਂ ਲਿਖ ਰਹੇ ਜੋ ਕਿ ਸੱਟੇ ਦੜੇ ਦਾ ਕੰਮ ਕੀਤਾ ਜਾ ਰਿਹਾ ਹੈ। ਔਰ ਇਸ ਦੇ ਉੱਪਰ ਵੀ ਇੱਕ ਚਵਾਰਾ ਬਣਾਇਆ ਗਿਆ ਜਿੱਥੇ ਕਿ ਤਰਪਾਲ ਪਾ ਕੇ ਹੀ ਆਰਜੀ ਤੌਰ ਤੇ ਜਿਹੜੇ ਹੈ ਲੋਕ ਬੈਠੇ ਆ ਤੇ ਉਹ ਵੀ ਪਰਚੀਆਂ ਲਿਖਣ ਦਾ ਜਿਹੜਾ ਧੰਦਾ ਸ਼ਰੇਆਮ ਕਰ ਰਹੇ ਆ। ਵੱਡੀ ਗੱਲ ਇਹ ਹੈ ਕਿ ਇਹਨਾਂ ਵਿਅਕਤੀਆਂ ਨੂੰ ਕਿਸੇ ਦਾ ਕੋਈ ਖੌਫ ਨਹੀਂ, ਕਿਉਂਕਿ ਅੱਗੇ ਜਦੋਂ ਦੇਖਿਆ ਜਾਂਦਾ ਸੀ ਕਿ ਦੜੇ ਸੱਟੇ ਦਾ ਕੰਮ ਲੁਕ ਛਿਪ ਕੇ ਜਾਂ ਰਾਤ ਹਨੇਰੇ 'ਚ ਕੀਤਾ ਜਾਂਦਾ ਸੀਗਾ, ਪਰ ਇੱਥੇ ਤੁਸੀਂ ਦੇਖੋਗੇ ਚਲਦੀ ਰੋਡ ਹੈ, ਸਿੱਧਾ ਬਾਜ਼ਾਰ ਹੈ ਔਰ ਬਾਜ਼ਾਰ ਦੇ ਵਿੱਚ ਇਹ ਦੁਕਾਨ ਹੈ। ਦੁਕਾਨ ਦੀ ਆੜ ਦੇ ਵਿੱਚ ਸਿੱਧੇ ਤੌਰ ਤੇ ਇਹ ਲੋਕ ਜਿਹੜਾ ਹੈ ਕੰਮ ਕਰ ਰਹੇ ਆ, ਜਿਸ ਤਰ੍ਹਾਂ ਕਿ ਇਹਨਾਂ ਨੂੰ ਕਿਸੇ ਜਾਂ ਤਾਂ ਬਹੁਤ ਵੱਡੇ ਵਿਅਕਤੀ ਦੀ ਸ਼ਹਿ ਹੋਵੇ ਜਾਂ ਕਿਸੇ ਤੋਂ ਡਰ ਹੀ ਨਾ ਹੋਵੇ, ਕਿਉਂਕਿ ਪੁਲਿਸ ਪ੍ਰਸ਼ਾਸਨ ਬੜੀ ਸਖਤੀ ਨਾਲ ਨਜਿੱਠਦਾ ਹੁੰਦਾ। ਔਰ ਐਸਐਸਪੀ ਪਟਿਆਲਾ ਜਦੋਂ ਦੇ ਦੁੱਗਲ ਸਾਹਿਬ ਆਏ ਉਦੋਂ ਦੇ ਜਿਹੜੀ ਸਖਤੀ ਕੀਤੀ ਹੋਈ ਸੀ, ਇਸ ਦੇ ਚੱਲਦੇ ਰਾਜਪੁਰਾ ਦੇ ਵਿੱਚ ਵੀ ਰੇਡ ਕਰ 2,64,000 ਰੁਪਏ ਸਮੇਤ ਇੱਕ ਵਿਅਕਤੀ ਰੌਕੀ ਨਾਮ ਦਾ ਵਿਅਕਤੀ ਸੀ ਜੋ ਕਿ IPL ਦਾ ਕੰਮ ਕਰਦਾ ਸੀ, ਉਸ ਤੋਂ ਜਿਹੜਾ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਭਾਰੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀ ਇੱਥੇ ਤੁਹਾਨੂੰ ਹਾਂਜੀ
ਇੱਥੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਹ ਇੱਕ ਇਕੱਲਾ ਮਾਮਲਾ ਨਹੀਂ ਹੈ। ਇਸ ਫੈਕਟਰੀ ਏਰੀਆ ਦੇ ਵਿੱਚ ਹੀ 3 ਤੋਂ 4 ਥਾਵਾਂ ਤੇ ਹੋਰ ਇਸ ਤਰ੍ਹਾਂ ਦਾ ਜਿਹੜਾ ਹੈ ਕੰਮ ਚੱਲ ਰਿਹਾ ਹੈ, ਜੋ ਕਿ ਸ਼ਰੇਆਮ ਹੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਦੇ ਉੱਤੇ ਫਿਰ ਜੇਕਰ ਗੱਲ ਕਰ ਦਈਏ ਕਿ ਲੋਕ ਬੇਖੌਫ ਜਿਹੜਾ ਹੈ ਸੱਟੇ ਦਾ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਨੁਰਾਗ, ਇੱਥੇ ਇਹੀ ਸਵਾਲ ਪੁੱਛਿਆ ਜਾਵੇਗਾ ਕਿ ਆਖਿਰਕਾਰ ਕਾਰਵਾਈ ਕਿਉਂ ਨਹੀਂ ਹੋ ਰਹੀ, ਕਿਉਂਕਿ ਮੀਡੀਆ ਦੇ ਕੈਮਰੇ ਦੇ ਵਿੱਚ ਇਹ ਚੀਜ਼ਾਂ ਰਿਕਾਰਡ ਹੋ ਰਹੀਆਂ ਨੇ ਤਾਂ ਪ੍ਰਸ਼ਾਸਨ ਨੂੰ ਇਸ ਦੀ ਖਬਰ ਨਹੀਂ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਇਹੀ ਵੱਡਾ ਸਵਾਲ ਤਾਂ ਇਹੀ ਹੈ ਕਿ ਆਖਰ ਜਦੋਂ ਇੱਕ ਆਮ ਵਿਅਕਤੀ ਜਾ ਕੇ ਉੱਥੇ ਪਰਚੀ ਲਿਖ ਸਕਦਾ, ਮੀਡੀਆ ਕਰਮੀ ਜਾ ਕੇ ਸ਼ਰੇਆਮ ਵੀਡੀਓ ਬਣਾ ਸਕਦੇ ਆ, ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਦਾ ਕਿਉਂ ਨਹੀਂ ਪਤਾ। ਵੱਡਾ ਕਾਰਨ ਇਹ ਹੈ ਕਿ ਜਾਂ ਤਾਂ ਕੋਈ ਵੱਡੀ ਸ਼ੈ ਹੈ ਜਾਂ ਫਿਰ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਇਹ ਕਾਰੋਬਾਰ ਚੱਲ ਰਿਹਾ, ਕਿਉਂਕਿ ਸ਼ਰੇਆਮ ਇਸ ਤਰ੍ਹਾਂ ਕੰਮ ਕਰਨਾ ਤੇ ਕੋਈ ਆਮ ਗੱਲ ਨਹੀਂ ਹੈ। ਅੱਗੇ ਸੱਟੇ ਜੂਏ ਦਾ ਕੰਮ ਜਿਹੜਾ ਵੀ ਹੁੰਦਾ ਉਹ ਰਾਤ ਹਨੇਰੇ ਦੇ ਵਿੱਚ ਹੁੰਦਾ ਸੀ ਜਾਂ ਲੋਕ ਲੁਕ ਛਿਪ ਕੇ ਕਿਤੇ ਨਾ ਕਿਤੇ ਇਹਨਾਂ ਦੀਆਂ ਪਰਚੀਆਂ ਲਿਖਦੇ ਹੁੰਦੇ ਸੀਗੇ। ਪਰ ਤੁਸੀਂ ਦੇਖੋ ਕਾਰਬਨ ਕਾਗਜ਼ ਲਗਾਇਆ ਹੋਇਆ, ਆਰਾਮ ਦੇ ਨਾਲ ਪਰਚੀ ਲਿਖੀ ਜਾਂਦੀ ਹੈ ਔਰ ਸਮਝਾਇਆ ਜਾਂਦਾ ਪ੍ਰੋਪਰ ਕਿ ਕਿਸ ਤਰ੍ਹਾਂ ਇਸ ਦਾ ਇਨਾਮ ਮਿਲੂਗਾ, ਕਿਸ ਤਰ੍ਹਾਂ ਤੁਸੀਂ ਇਹਦੇ ਪੈਸੇ ਕਲੈਕਟ ਕਰੋਗੇ। ਹਰ ਚੀਜ਼ ਦੇ ਉੱਤੇ ਬਰੀਫ ਕੀਤਾ ਜਾ ਰਿਹਾ। ਇਟ ਮੀਨ ਇਹਨਾਂ ਨੂੰ ਕਿਸੇ ਦਾ ਖੌਫ ਹੀ ਨਹੀਂ ਹੈ, ਕਿਸੇ ਜਾਂ ਤਾਂ ਰਾਜਨੀਤਿਕ ਸ਼ਹਿ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਾਂ ਫਿਰ ਪੁਲਿਸ ਪ੍ਰਸ਼ਾਸਨ ਨਾਲ ਮਿਲੀ ਭੁਗਤ ਦੇ ਨਾਲ ਕੰਮ ਕੀਤਾ ਜਾ ਰਿਹਾ। ਔਰ ਇੱਥੇ ਜੂਏ ਨੂੰ ਖਿਡਾਉਣ ਦਾ ਵੀ ਕੰਮ ਕਈ ਥਾਵਾਂ ਦੇ ਪਟਿਆਲਾ ਦੇ ਵਿੱਚ ਕੀਤਾ ਜਾਂਦਾ, ਜਿਸ ਦੇ ਵਿੱਚ ਕਿ ਜੂਆ ਜਿਹੜਾ ਹੈ ਕਿਸੇ ਨੂੰ ਕਿਰਾਏ ਦੇ ਜਗ੍ਹਾ ਦੇ ਕੇ ਉਹਨਾਂ ਨੂੰ ਜੂਆ ਖੇਡਣ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ। ਉਸ ਦਾ ਵੀ ਜਲਦੀ ਹੀ ਆਪਾਂ ਖੁਲਾਸਾ ਕਰਾਂਗੇ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਦੇ ਲੋਕ ਸ਼ਰਾਰਤੀ ਅੰਸਰ। ਜੀ ਅਨੁਰਾਗ, ਹਾਂਜੀ, ਸਾਡੇ ਕੋਲ ਤੁਹਾਡੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਹੈ, ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਜੋ ਰਿਪੋਰਟ ਤੁਹਾਡੇ ਵੱਲੋਂ ਤਿਆਰ ਕੀਤੀ ਗਈ। ਬਹੁਤ ਬਹੁਤ ਸ਼ੁਕਰੀਆ ਅਨੁਰਾਗ। ਪਟਿਆਲਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਦਿਨੀ ਰਾਜਪੁਰਾ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਕਿ 2,64,000 ਰੁਪਇਆ ਨਕਦੀ ਬਰਾਮਦ ਕੀਤੀ ਗਈ, ਜੋ ਕਿ ਦੜੇ ਸੱਟੇ ਦਾ ਕੰਮ ਧੜੇਲੇ ਨਾਲ ਕਰ ਰਿਹਾ ਸੀ। IPL ਮੈਚਾਂ ਦੇ ਵਿੱਚ ਜਿਹੜੀ ਹੈ ਫਿਕਸਿੰਗ ਦਾ ਮਾਮਲਾ ਉਸ ਦੇ ਬੰਦੇ ਤੇ ਦਰਜ ਕੀਤਾ ਗਿਆ। ਉਸ ਦੇ ਨਾਲ ਕਈ ਹੋਰ ਨਾਮ ਵੀ ਜੋੜ ਕੇ ਪੁਲਿਸ ਘੋਖ ਕਰ ਰਹੀ ਹੈ ਔਰ ਉਸ ਤੋਂ ਬਾਅਦ ਦੇ ਵਿੱਚ ਕੁਝ ਜਿਹੜਾ ਹੈ ਅਸਲੇ ਦੇ ਨਾਲ ਸੰਬੰਧਿਤ ਸਮਾਨ ਵੀ ਬਰਾਮਦ ਹੋਇਆ। ਪਰ ਤੁਹਾਨੂੰ ਦੱਸੀਏ ਇਸ ਲੜੀ ਤਹਿਤ ਪਟਿਆਲਾ ਦੇ ਵਿੱਚ ਵੀ ਇਸ ਤਰ੍ਹਾਂ ਦਾ ਦੜੇ ਸੱਟੇ ਦਾ ਕੰਮ ਜਿਹੜਾ ਹੈ ਖੁੱਲ੍ਹੇਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕਿ ਲੋਕ ਜਿਹੜਾ ਹੈ ਦਿਨ ਦਿਹਾੜੇ ਇਸ ਕੰਮ ਨੂੰ ਅੰਜਾਮ ਦੇ ਰਹੇ ਹਨ ਔਰ ਬੇਖੌਫ ਜਿਹੜਾ ਇਹ ਕੰਮ ਨੂੰ ਕੀਤਾ ਜਾ ਰਿਹਾ। ਤੇ ਇੱਥੇ ਸਵਾਲ ਇਹ ਵੀ ਹੈ ਕਿ ਜੇਕਰ ਰਾਜਪੁਰੇ ਤੱਕ ਮਾਰ ਹੋ ਸਕਦੀ ਹੈ ਤੇ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਦੇਖਿਆ ਜਾ ਰਿਹਾ। ਸੋ ਇਸ ਵਕਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਅਸੀਂ ਇਸ ਵਕਤ ਫੈਕਟਰੀ ਏਰੀਆ ਦੇ ਮੋੜ ਦੇ ਉੱਤੇ ਖੜੇ ਹਾਂ ਤੇ ਮੋੜ ਦੇ ਉੱਤੇ ਤੁਸੀਂ ਦੇਖੋਗੇ ਛੋਲੇ ਭਟੂਰਿਆਂ ਦੀ ਦੁਕਾਨ, ਜਿਸ ਦੇ ਵਿੱਚ ਕਿ ਸ਼ਰੇਆਮ ਦੜੇ ਸੱਟੇ ਦੀਆਂ ਪਰਚੀਆਂ ਲਿਖੀਆਂ ਜਾਂਦੀਆਂ ਔਰ ਲੋਕਾਂ ਨੂੰ ਜਿਹੜੇ ਹੈ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ। ਸੋ ਤੁਹਾਨੂੰ ਦੱਸੀਏ ਕਿ ਇਹ ਕੰਮ ਆਖਰ ਕਿਉਂ ਤੇ ਕਿਸ ਦੀ ਸ਼ਹਿ ਦੇ ਨਾਲ ਚੱਲ ਰਿਹਾ, ਇਹ ਪਤਾ ਕਰਨਾ ਬੜਾ ਮੁਸ਼ਕਿਲ ਹੈ, ਪਰ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇਹ ਕੰਮ ਚੱਲ ਰਿਹਾ। ਸੋ ਤੁਹਾਨੂੰ ਪਹਿਲਾਂ ਦਿਖਾਉਂਦੇ ਹਾਂ ਖੂਫੀਆ ਕੈਮਰੇ ਦੀ ਫੁਟੇਜ, ਜਿਸ ਦੇ ਵਿੱਚ ਕਿ ਸ਼ਰੇਆਮ ਪਤਾ ਲੱਗ ਰਿਹਾ ਕਿ ਇਹ ਲੋਕ ਪਰਚੀ ਲਿਖਣ ਦਾ ਕੰਮ ਕਰ ਰਹੇ ਹਨ, ਜੋ ਕਿ ਦੜੇ ਸੱਟੇ ਦੇ ਕੰਮ ਦੇ ਵਿੱਚ ਵਰਤੀ ਜਾਂਦੀ ਹੈ। ਉਸ ਤਰ੍ਹਾਂ ਦੀ ਪਰਚੀਆਂ ਸ਼ਰੇਆਮ ਲਿਖ ਰਹੇ ਹਨ ਬਿਨਾਂ ਕਿਸੇ ਡਰ ਤੋਂ ਔਰ ਇੱਕ ਦੁਕਾਨ ਦੀ ਖਾਣ ਪੀਣ ਦੀ ਦੁਕਾਨ ਦੀ ਆੜ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ। ਪਹਿਲਾਂ ਦੇਖੋ ਉਹ ਸ਼ਾਟ। लगानी है। हाँ मुझे आप नहीं लगाऊंगा। क्यों, मेरी शक्ल तो दिखता नहीं है पर्ची लाने वाला। किसमें लगानी है? 30 रुपये दिल्ली से ला दो, 30 रुपये दी गली से ला दो, पूरे हो जाएंगे ना 60, 40 नीचे से हो जाएंगे। कितने बजे खुलेगी? जी कितने बजे आवा? सुबह कल सवेरे हाँ। कितने बजे? की रहा 30 रुपये गली दे। की 30 रुपये दी। हाँ और 60 ही पूरे करने हैं फिर मैं तो 100 करके। 30 रुपये गली ला दो, 30 रुपये दिल्ली ला दो, 40 थोड़े बचेंगे नीचे बढ़ा दियो। 30 रुपये दी की लावा। गली गली का अखर दसो, नंबर दसोगे ताही 11 नंबर। हाँ गली का 11 नंबर ते दिल्ली का है 11 नंबर हो आगे। दिल्ली का 11 लाता। हाँ। किन्ने 3 नंबर दसा मैं मैं कि कोई जेड़ा हमारे उन्हें लाना 1 लाओगे फिर मिलेंगे 2400। हाँ ये 3 लाओगे फिर 800। अच्छा 10 के 800 मिलते हैं ना। हाँ, 30 के हाँ। मिलेंगे 2400। 30 रुपये से मिलेंगे 2400। ये 3 लाओगे फिर 10 हो जाएंगे, 10 के लगाएंगे। बस कोई नहीं, 11 लिख दो, 19 लिख दो तो 35 लिख दो। ये 10 के 3 हो गए। हाँ 10 3 हो गई हैं ये। और जी ठीक है, ये दिल्ली का लाया, हाँ जी उदा लिखो हुण गली का। कार्बन है 45 55 ते 50। गली से हाँ 45 45 50 55। तो कल सवेरे किन्ने बजे आवा? जी किन्ने बजे आवा सवेरे कल? 10 8 9 बजे। 8 9 बजे ठीक है। हाँ जी बोलो जी आप। ये हो गई थोड़ियाँ
ਗਲੀ ਤੋਂ ਦਿੱਲੀ ਬਸ 40 ਨੀਚੇ ਦੇ ਦਿਓ ਠੀਕ ਹੈ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਧੜੇਲੇ ਦੇ ਨਾਲ ਇੱਕ ਖਾਣ ਪੀਣ ਦੀ ਦੁਕਾਨ ਦੀ ਆੜ ਦੇ ਵਿੱਚ ਨੌਜਵਾਨਾਂ ਵੱਲੋਂ ਸ਼ਰੇਆਮ ਸੱਟੇ ਦੀਆਂ ਪਰਚੀਆਂ ਲਿਖੀਆਂ ਜਾ ਰਹੀਆਂ ਔਰ ਲੋਕਾਂ ਨੂੰ ਇੱਥੇ ਤੱਕ ਸਮਝਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਜੜਾ ਸੱਟਾ ਲਗਾਇਆ ਜਾਂਦਾ ਔਰ ਕਿਸ ਤਰ੍ਹਾਂ ਇਸ ਦੀ ਵਾਪਸੀ ਹੁੰਦੀ ਹੈ। ਨੀਚੇ ਅਲੱਗ ਤੋਂ ਪਰਚੀਆਂ ਲਿਖੀਆਂ ਜਾ ਰਹੀਆਂ, ਕੋਠੇ ਤੇ ਚੜ੍ਹ ਕੇ ਉੱਪਰ ਇੱਕ ਤਰਪਾਲ ਪਾ ਕੇ ਉੱਥੇ ਵੱਖਰੇ ਤਰੀਕੇ ਦੇ ਨਾਲ ਜਿਹੜੀਆਂ ਹੈ ਵਧੀਆ ਸਿਸਟਮ ਬਣਾ ਕੇ ਕਾਰਬਨ ਪੇਪਰ ਲਗਾ ਕੇ ਔਰ ਜਿਹੜੀ ਹੈ ਪਰਚੀਆਂ ਲਿਖੀਆਂ ਜਾ ਰਹੀਆਂ, ਪੈਸੇ ਵਸੂਲ ਕੀਤੇ ਜਾ ਰਹੇ ਆ। ਸੋ ਆਖਰ ਕਿਸ ਦੀ ਸ਼ਹਿ ਦੇ ਉੱਤੇ ਇਹ ਕੰਮ ਚੱਲ ਰਿਹਾ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਸੀਐਮ ਸਿਟੀ ਦੇ ਵਿੱਚ ਜਿੱਥੇ ਕਿ ਐਸਐਸਪੀ ਪਟਿਆਲਾ ਵੱਲੋਂ ਬਹੁਤ ਸਖਤਾਈ ਕੀਤੀ ਹੋਈ ਹੈ ਔਰ ਇਸ ਤੇ ਲੋਕਾਂ ਦੇ ਖਿਲਾਫ ਇੱਕ ਮੁਹਿੰਮ ਵਿੰਡੀ ਹੋਈ ਹੈ, ਫਿਰ ਇਹ ਲੋਕ ਕਿਸ ਦੀ ਸ਼ਹਿ ਤੇ ਔਰ ਕਿਸ ਦੇ ਰਸੂਖ ਤੇ ਇਸ ਤਰ੍ਹਾਂ ਕੰਮ ਕਰ ਰਹੇ ਆ ਕਿ ਇਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ। ਸੋ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਪਟਿਆਲਾ ਸ਼ਹਿਰ ਦੇ ਇਸ ਫੈਕਟਰੀ ਏਰੀਆ ਦੇ ਵਿੱਚ ਹੀ 5-4 ਥਾਵਾਂ ਤੇ ਹੋਰ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਸ਼ਰੇਆਮ ਚੱਲ ਰਿਹਾ ਹੈ। ਬੜੀ ਜਲਦੀ ਨਸ਼ਰ ਕਰਾਂਗੇ ਔਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਸ਼ਹਿਰ ਦੀ ਵੱਖ-ਵੱਖ ਥਾਵਾਂ ਤੇ ਵੀ ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਜਿਸ ਤੇ ਕਿ ਦੜਾ ਸੱਟਾ ਔਰ ਜੂਏ ਦਾ ਕੰਮ, ਕਈ ਰਸੂਖਦਾਰ ਚਿਹਰੇ, ਰਾਜਨੀਤਿਕ ਚਿਹਰਿਆਂ ਦੀਆਂ ਫੋਟੋਆਂ ਬਾਹਰ ਲਗਾ ਕੇ ਅੰਦਰ ਜੂਆ ਖੇਡਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਗੱਲ ਕਰ ਲਈਏ ਪਟਿਆਲਾ ਸ਼ਹਿਰ ਦੇ ਕਈ ਹੋਰ ਅਜਿਹੇ ਏਰੀਏ ਜੋ ਇਸ ਕੰਮ ਦੇ ਵਿੱਚ ਵਿਲੁਪਤ ਹੋਏ ਹੋਏ ਆ ਔਰ ਇਸ ਕੰਮ ਨੂੰ ਖੁੱਲ੍ਹੇਆਮ ਸ਼ਰੇਆਮ ਜਿਹੜਾ ਹੈ ਅੰਜਾਮ ਦਿੱਤਾ ਜਾ ਰਿਹਾ ਹੈ। ਵੱਡਾ ਸਵਾਲ ਇਹ ਕਿ ਆਖਰ ਪ੍ਰਸ਼ਾਸਨ ਦੀ ਨਿਗਾਹ ਇਹਨਾਂ ਤੱਕ ਕਿਉਂ ਨਹੀਂ ਪਹੁੰਚ ਰਹੀ, ਕਿਉਂਕਿ ਦਿਨ ਦਿਹਾੜੇ ਸ਼ਰੇਆਮ ਇਹ ਕੰਮ ਕੀਤਾ ਜਾ ਰਿਹਾ, ਕੋਈ ਲੁਕ ਛੁਪ ਕੇ ਜਾਂ ਰਾਤ ਹਨੇਰੇ ਦੇ ਵਿੱਚ ਨਹੀਂ ਕੀਤਾ ਜਾ ਰਿਹਾ ਔਰ ਆਮ ਬੰਦੇ ਦੀ ਪਹੁੰਚ ਦੇ ਵਿੱਚ ਇਹ ਕੰਮ ਹੈ। ਇਸੇ ਤਰ੍ਹਾਂ ਬਾਕੀਆਂ ਦਾ ਵੀ ਇਹੀ ਹਾਲ ਹੈ ਕਿ ਉਹ ਲੋਕ ਵੀ ਇਸੇ ਤਰ੍ਹਾਂ ਕੰਮ ਕਰ ਰਹੇ ਹਨ। ਜੇਕਰ ਪਟਿਆਲਾ ਦੀ ਗੱਲ ਕਰ ਲਈਏ, ਵੱਖ-ਵੱਖ ਥਾਈਂ ਜਿਹੜਾ ਹੈ ਇਸ ਤਰ੍ਹਾਂ ਦੜੇ ਸੱਟੇ ਦੀ ਦੁਕਾਨਾਂ ਖੁੱਲੀਆਂ ਹੋਈਆਂ ਔਰ ਲੋਕ ਸ਼ਰੇਆਮ ਕੰਮਾਂ ਨੂੰ ਅੰਜਾਮ ਦੇ ਰਹੇ ਆ। ਇੱਥੇ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਪਤਾ ਕੀਤਾ ਜਾਵੇ ਕਿ ਆਖਰ ਕਿਸ ਦੀ ਸ਼ਹਿ ਦੇ ਉੱਤੇ ਇਸ ਤਰ੍ਹਾਂ ਖੁੱਲ੍ਹੇਆਮ ਕੋਈ ਵਿਅਕਤੀ ਕੰਮ ਕਰ ਰਿਹਾ। ਤੁਸੀਂ ਦੇਖੋ ਕਿ ਨੌਜਵਾਨ ਲੜਕੇ ਜਿਹੜੇ ਹੈ ਇਸ ਕੰਮ ਨੂੰ ਅੰਜਾਮ ਦੇਣ ਲਈ ਲੱਗੇ ਹੋਏ ਆ, ਸ਼ਰੇਆਮ ਪਰਚੀ ਕੱਟ ਰਹੇ ਆ, ਪੈਸੇ ਲੈ ਰਹੇ ਆ ਔਰ ਗੱਲ ਕਰ ਰਹੇ ਆ ਕਿ ਕਿਸ ਤਰ੍ਹਾਂ ਇਸ ਦੀ ਜਿਹੜੀ ਹੈ ਵਾਪਸੀ ਹੁੰਦੀ ਹੈ। ਪੂਰੀ ਡਿਟੇਲ ਦੇ ਵਿੱਚ ਸਮਝਾਇਆ ਜਾ ਰਿਹਾ ਔਰ ਦਿਨ ਦਿਹਾੜੇ ਦੁਕਾਨ ਦੇ ਵਿੱਚ ਬੈਠ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ। ਸੋ ਦੇਖਣਾ ਇਹ ਹੋਵੇਗਾ ਕਦੋਂ ਤੱਕ ਪਹੁੰਚਦੇ ਆ ਪੁਲਿਸ ਦੇ ਹੱਥ ਇਹਨਾਂ ਅਪਰਾਧੀਆਂ ਦੇ ਗਿਰੇਬਾਨ ਤੱਕ। ਕੈਮਰਾਮੈਨ ਲਵਿਸ਼ ਦੇ ਨਾਲ ਅਨੁਰਾਗ ਸ਼ਰਮਾ, ਪਟਿਆਲਾ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਦਿਨੀ ਰਾਜ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇੰਨੀ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਪਾਉਣ ਇਸ ਬੁਲੇਟਿਨ ਦੀਆਂ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਦੀ ਰਾਤ ਕਿਸਾਨ ਅੱਜ ਦੇਸ਼ ਭਰ ਦੇ ਵਿੱਚ ਕੀਤਾ ਜਾ ਰਿਹਾ ਚੱਕਾ ਜਾਮ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹਾਈਵੇ ਰਹਿਣਗੇ ਜਾਮ। ਖੇਤੀ ਕਾਨੂੰਨਾਂ ਖਿਲਾਫ ਜਤਾਇਆ ਜਾ ਰਿਹਾ ਹੈ ਰੋਸ। ਕਾਂਗਰਸੀ ਸਾਂਸਦਾਂ ਨੂੰ ਮਿਲਿਆ ਰੇਲ ਮੰਤਰੀ ਨਾਲ ਮੁਲਾਕਾਤ ਦਾ ਸਮਾਂ। ਅੱਜ ਦੁਪਹਿਰ 1:30 ਵਜੇ 8 ਮੈਂਬਰੀ ਕਾਂਗਰਸੀ ਸਾਂਸਦਾਂ ਦਾ ਵਫਦ ਕਰੇਗਾ ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ। ਸੂਬੇ 'ਚ ਮਾਲ ਗੱਡੀਆਂ ਦੀ ਆਮਦ ਬਾਰੇ ਕੀਤੀ ਜਾਵੇਗੀ ਗੱਲਬਾਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖੁੱਲੀ ਚਿੱਠੀ ਦਾ ਜੇਪੀ ਨੱਡਾ ਨੇ ਦਿੱਤਾ ਜਵਾਬ। ਕਿਹਾ ਨਹੀਂ ਮਿਲਿਆ ਕੋਈ ਪੱਤਰ। ਚਿੱਠੀ ਨੂੰ ਦੱਸਿਆ ਕੇਵਲ ਸਿਆਸੀ ਸਟੰਟ। ਕਿਹਾ ਪੰਜਾਬ ਦੇ ਹਾਲਾਤਾਂ ਲਈ ਕੈਪਟਨ ਖੁਦ ਜ਼ਿੰਮੇਵਾਰ। ਦਿੱਲੀ 'ਚ ਧਰਨਾ ਦੇਣ ਤੋਂ ਬਾਅਦ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਵਾਸੀਆਂ ਨੂੰ ਕਰਨਗੇ ਸੰਬੋਧਨ। ਲਾਈਵ ਸੈਸ਼ਨ ਦੇ ਵਿੱਚ ਲੋਕਾਂ ਦੇ ਸਵਾਲਾਂ ਦੀ ਦੇਣਗੇ ਜਵਾਬ। ਸੂਬੇ ਦੀ ਸਥਿਤੀ ਬਾਰੇ ਕਰਨਗੇ ਚਰਚਾ। ਪਾਕਿਸਤਾਨ ਸਰਕਾਰ ਦਾ ਅਸਲੀ ਚਿਹਰਾ ਆਇਆ ਸਾਹਮਣੇ। ਆਪਣੇ ਹੱਥਾਂ 'ਚ ਲਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ ਪੂਰਾ ਕੰਟਰੋਲ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਇਆ ਹੱਕ। ਡਾਕਟਰ ਦਲਜੀਤ ਚੀਮਾ ਨੇ ਫੈਸਲੇ ਦੀ ਕੀਤੀ ਸਖਤ ਨਿਖੇਧੀ। ਤੇ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਧੜੱਲੇ ਦੇ ਨਾਲ ਚੱਲ ਰਿਹਾ ਸੱਟੇ ਦਾ ਗੈਰ ਕਾਨੂੰਨੀ ਕਾਰੋਬਾਰ। ਪ੍ਰਸ਼ਾਸਨ ਤੋਂ ਬੇਖੌਫ ਹੋ ਕੇ ਦੋਸ਼ੀ ਦਿਨ ਦਿਹਾੜੇ ਵੀ ਕਰ ਰਹੇ ਨੇ ਗੋਰਖ ਧੰਦਾ। ਜਾਣਕਾਰੀ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਨਹੀਂ ਹੋ ਰਹੀ ਕਾਰਵਾਈ। ਸੋ ਫਿਲਹਾਲ ਇਹਨਾਂ ਖਬਰਾਂ ਦੇ ਵਿੱਚ ਇਹ ਨਹੀਂ। ਜੇਕਰ ਤੁਹਾਡੇ ਕੋਲ ਇਸ ਬਾਬਤ ਕੋਈ ਵੀ ਸੁਝਾਅ ਜਾਂ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ news@fastway.in ਤੇ। ਇਸ ਤੋਂ ਇਲਾਵਾ ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ www.fastway.in ਤੇ। ਹੁਣ ਮੈਨੂੰ ਤੇ ਇਜਾਜ਼ਤ। ਧੰਨਵਾਦ।